ਪ੍ਰਾਈਮ ਵਿਮਨ ਦੇ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਆਸ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੰਦਰੁਸਤ ਹੋਵੋਗੇ, ਠੀਕ-ਠਾਕ ਹੋਵੋਗੇ। ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਜਿਹੜੀ ਗੱਲਬਾਤ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਤਾਂ ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਅਸੀਂ ਕਰ ਸਕਦੇ ਹਾਂ ਅਤੇ ਵਧੀਆ ਉਹਨਾਂ ਨਾਲ ਆਮਦਨੀ ਕਮਾ ਸਕਦੇ ਹਾਂ। ਕਿਉਂਕਿ ਜਦੋਂ ਅਕਸਰ ਅਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਹਾਂ, ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਹੱਥੀਂ ਕੰਮ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ। ਗੁਰਬਾਣੀ 'ਚ ਵੀ ਲਿਖਿਆ ਗਿਆ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਆ, ਤੁਸੀਂ ਜਿਹੜਾ ਵੀ ਕੰਮ ਤੁਹਾਨੂੰ ਮਿਲਦਾ ਪਹਿਲਾਂ ਤੁਹਾਨੂੰ ਸ਼ੁਰੂ ਕਰਨਾ ਪੈਂਦਾ। ਸੋ ਇਹੋ ਜਿਹੇ ਕਿਹੜੇ ਕੰਮ ਆ ਜਿਹੜੇ ਤੁਸੀਂ ਜੇਕਰ ਹਾਲੇ ਭਾਰਤ ਜਾਂ ਪੰਜਾਬ 'ਚ ਹੋ ਜਾਂ ਤੁਹਾਡੀਆਂ ਛੁੱਟੀਆਂ ਚੱਲ ਰਹੀਆਂ ਨੇ ਜਾਂ ਤੁਹਾਡਾ ਕਹਿੰਦੇ ਆ ਕਿ 10ਵੀਂ ਜਾਂ 12ਵੀਂ ਦੇ ਜਦੋਂ ਪੇਪਰ ਹੁੰਦੇ ਆ ਉਸ ਤੋਂ ਬਾਅਦ ਤੁਹਾਡੇ ਕੋਲ ਕਾਫੀ ਟਾਈਮ ਹੁੰਦਾ, ਉਸ ਟਾਈਮ ਨੂੰ ਤੁਸੀਂ ਵੇਸਟ ਨਾ ਕਰੋ। ਆਪਣੇ ਕੁਝ ਇਹੋ ਜਿਹੀਆਂ ਆਪਣੇ ਆਪ ਦੇ ਵਿੱਚ ਸਕਿੱਲਸ ਡਿਵੈਲਪ ਕਰੋ ਕਿ ਜਦੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆਵੋ ਤਾਂ ਤੁਹਾਨੂੰ ਇੱਕਦਮ ਜੇ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਜ਼ਰੂਰ ਇੱਥੇ ਸੈੱਟ ਕਰ ਸਕੋ ਕਿ ਤੁਹਾਡੇ ਵਿੱਚ ਕੋਈ ਸਕਿੱਲ ਹੋਵੇ ਜਿਹੜੀ ਅੱਗੇ ਜਾ ਕੇ ਤੁਹਾਡੇ ਕੰਮ ਆ ਸਕੇ। ਬੇਸ਼ੱਕ ਜਦੋਂ ਤੁਸੀਂ ਉੱਥੋਂ ਇੱਥੇ ਆਉਂਦੇ ਹੋ ਪਹਿਲੇ 4-5 ਸਾਲਾਂ ਦੀ ਦੌੜ ਤੁਹਾਡੀ ਜਿਹੜੀ ਹੈਗੀ ਆ ਉਹਦੇ ਵਿੱਚ ਤੁਹਾਨੂੰ ਆਮਦਨੀ ਜਨਰੇਟ ਕਰਨੀ ਪੈਂਦੀ ਹੈ। ਤੁਹਾਨੂੰ ਆਪਣੇ 40 ਘੰਟੇ ਹਫ਼ਤੇ ਦਾ ਜੇ ਤੁਸੀਂ ਬਾਹਰ ਵੀ ਕੰਮ ਕਰ ਰਹੇ ਹੋ ਨਾਲ ਤੁਸੀਂ ਪਾਰਟ ਟਾਈਮ ਆਪਣਾ ਘਰੇ ਵੀ ਕੰਮ ਕਰ ਲੈਂਦੇ ਹੋ ਤਾਂ ਉਹਦੇ ਨਾਲ ਇਹ ਆ ਕਿ ਤੁਹਾਡੀ ਆਮਦਨੀ ਵੀ ਤੁਹਾਨੂੰ ਹੁੰਦੀ ਆ ਔਰ ਤੁਹਾਨੂੰ ਇਹ ਵੀ ਹੁੰਦਾ ਕਿ ਚਲੋ ਮੇਰੇ 'ਚ ਇਹ ਸਕਿੱਲ ਹੈਗੀ ਆ ਜਿਹਨੂੰ ਅੱਗੇ ਜਾ ਕੇ ਤੁਸੀਂ ਡਿਵੈਲਪ ਕਰ ਸਕਦੇ ਹੋ। ਉਸ ਤੋਂ ਬਾਅਦ ਤਾਂ ਤੁਸੀਂ ਹੋਰ ਇੱਥੇ ਚੰਗੀ ਪੜ੍ਹਾਈ ਕਰਕੇ ਕਈ ਤਰ੍ਹਾਂ ਦੇ ਲਾਇਸੈਂਸ ਲੈ ਸਕਦੇ ਹੋ, ਉਹ ਬਾਅਦ 'ਚ ਦੀ ਗੱਲ ਆ। ਪਰ ਪਹਿਲਾਂ ਜਿਹੜੇ ਪਹਿਲੇ 2 ਜਾਂ 3 ਸਾਲ ਨੇ ਉਹਨਾਂ ਦੇ ਵਿੱਚ ਤੁਸੀਂ ਕਿਹੜੇ ਇਹੋ ਜਿਹੇ ਕੰਮ ਕਰਕੇ ਆਪਣੀ ਆਮਦਨੀ ਹੈ ਜਿਹੜੀ ਉਹ ਜਨਰੇਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਤੋਂ ਸਾਡੀਆਂ ਭੈਣਾਂ ਅਕਸਰ ਅਸੀਂ ਜਦੋਂ ਪੰਜਾਬ 'ਚ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਡਰਾਈਵਿੰਗ ਆ ਜਿਹੜਾ ਕੰਮ ਉਹ ਜ਼ਿਆਦਾਤਰ ਸਾਡੇ ਅਸੀਂ ਮੁੰਡਿਆਂ ਦੇ ਉੱਤੇ ਜਾਂ ਆਪਣੇ ਭਰਾਵਾਂ ਦੇ ਉੱਤੇ ਜਾਂ ਆਪਣੇ ਘਰ ਦੇ ਵਿੱਚ ਜੇ ਕੋਈ ਵੀ ਮੇਲ ਹੈਗਾ ਤਾਂ ਅਸੀਂ ਉਹਦੇ 'ਤੇ ਡਿਪੈਂਡ ਕਰਦੇ ਹਾਂ ਕਿ ਸਾਨੂੰ ਸਕੂਟਰ ਮੋਟਰਸਾਈਕਲ ਜਾਂ ਗੱਡੀ 'ਤੇ ਕੋਈ ਲੈ ਜਾਵੇ ਜਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਾਈਨੈਟਿਕ ਚਲਾਉਂਦੇ ਹਾਂ। ਸੋ ਟਰਾਈ ਕਰਿਓ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਹੈਗੇ ਆ ਤੁਹਾਡੀਆਂ ਛੁੱਟੀਆਂ ਚੱਲ ਰਹੀਆਂ ਤਾਂ ਆਪਣੇ ਆਪ ਨੂੰ ਡਰਾਈਵਿੰਗ ਸਕਿੱਲ ਜ਼ਰੂਰ ਦਿਓ। ਬੇਸ਼ੱਕ ਉੱਥੋਂ ਦੇ ਰੂਲ ਅਤੇ ਇਹਨਾਂ ਬਾਹਰਲੇ ਮੁਲਕਾਂ ਦੇ ਰੂਲ ਰੈਗੂਲੇਸ਼ਨ ਵੱਖਰੇ ਹੋ ਸਕਦੇ ਆ। ਕੈਨੇਡਾ ਦੇ ਵਿੱਚ ਡਰਾਈਵਿੰਗ ਦੇ ਰੂਲ ਡਿਫਰੈਂਟ ਨੇ। ਜਦੋਂ ਤੁਸੀਂ ਇੱਥੇ ਆਓਗੇ ਤੁਸੀਂ ਲਾਇਸੈਂਸ ਲਓਗੇ ਜਾਂ UK ਦੇ ਵਿੱਚ ਜਾਓਗੇ ਜਾਂ ਅਮਰੀਕਾ 'ਚ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਹੋ ਪਰ ਤੁਹਾਨੂੰ ਡਰਾਈਵਿੰਗ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਕਰਨੀ ਆਉਣੀ ਚਾਹੀਦੀ ਆ। ਕਿਉਂਕਿ ਇਹੋ ਜਿਹੇ ਬਹੁਤ ਛੋਟੇ ਕੰਮ ਆ ਜੇਕਰ ਸਾਡੀਆਂ ਭੈਣਾਂ ਡਰਾਈਵਿੰਗ ਤੋਂ ਕੰਨੀ ਕਤਰਾਉਂਦੀਆਂ ਨੇ ਤਾਂ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ। ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੋ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਹੈਗੇ ਹੋ ਜਾਂ ਭਾਰਤ ਦੇ ਵਿੱਚ ਹੈਗੇ ਹੋ ਤਾਂ ਡਰਾਈਵਿੰਗ ਦੇ ਉੱਤੇ ਸਾਡੀਆਂ ਭੈਣਾਂ ਆਪਣੀ ਹੱਥ ਅਜਮਾਈ ਜ਼ਰੂਰ ਕਰਨ, ਉੱਥੋਂ ਡਰਾਈਵਿੰਗ ਸਿੱਖ ਕੇ ਆਉਣ, ਉੱਥੋਂ ਆਪਣਾ ਲਾਇਸੈਂਸ ਲੈ ਕੇ ਆਉਣ। ਕਿਉਂਕਿ ਅਕਸਰ ਇਹ ਹੁੰਦਾ ਜਦੋਂ ਪੰਜਾਬ ਦੇ ਵਿੱਚ ਅਸੀਂ ਗੱਡੀ ਚਲਾਈ ਨਹੀਂ ਹੁੰਦੀ, ਇੱਥੇ ਆ ਕੇ ਫਿਰ ਸਾਨੂੰ ਪਹਿਲੇ 1-2 ਸਾਲ ਔਖਾ ਲੱਗਦਾ ਕਿਉਂਕਿ ਇੱਥੇ ਟਰਾਂਸਪੋਰਟੇਸ਼ਨ ਦੇ ਸਾਧਨ ਹੋਰ ਨੇ। ਦੂਜੀ ਗੱਲ ਇਹ ਕਿ ਤੁਹਾਨੂੰ ਆਪਣੇ ਸਾਥੀ 'ਤੇ ਜਾਂ ਤੁਹਾਨੂੰ ਕਿਸੇ ਨਾ ਕਿਸੇ 'ਤੇ ਡਿਪੈਂਡ ਹੋਣਾ ਪਊਗਾ ਜਾਂ ਫਿਰ ਤੁਹਾਨੂੰ ਬੱਸ ਦੀ ਵੇਟ ਕਰਨੀ ਪਊਗੀ ਜਿਹੜੀ ਕਿ ਇੱਥੇ ਤੁਹਾਡਾ ਕਾਫੀ ਟਾਈਮ ਉਹਦੇ 'ਚ ਟਾਈਮ ਕੰਜ਼ਿਊਮਿੰਗ ਹੁੰਦੀ ਹੈ। ਸੋ ਟਰਾਈ ਕਰੋ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਹੈਗੇ ਹੋ ਤੁਹਾਡੇ ਕੋਲ ਟਾਈਮ ਆ ਤਾਂ ਆਪਣਾ ਡਰਾਈਵਿੰਗ ਦਾ ਜਿਹੜਾ ਹੈਗਾ ਲਾਇਸੈਂਸ ਜ਼ਰੂਰ ਬਣਵਾਓ। ਆਪਣਾ ਹੱਥ ਆ ਜਿਹੜਾ ਉਹ ਡਰਾਈਵਿੰਗ ਗੱਡੀ ਚਲਾਉਣ ਦੇ ਉੱਤੇ ਜ਼ਰੂਰ ਖੋਲ੍ਹ ਕੇ ਰੱਖੋ ਕਿਉਂਕਿ ਇੱਥੇ ਜਦੋਂ ਤੁਸੀਂ ਆ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਚਾਹੇ ਗਰੋਸਰੀ ਕਰਨੀ ਆ, ਚਾਹੇ ਤੁਸੀਂ ਬਾਅਦ ਦੀ ਲਾਈਫ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਤੋਂ ਪਿਕ ਕਰਨਾ ਜਾਂ ਆਪਣੇ ਛੋਟੇ ਹੋਰ ਵੀ ਜਿੰਨੇ ਵੀ ਕੰਮ ਕਰਨੇ ਆ, ਡਰਾਈਵਿੰਗ ਤੋਂ ਬਿਨਾਂ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਹੈਂਡੀਕੈਪਡ ਮਹਿਸੂਸ ਕਰਦੇ ਹੋ। ਸੋ ਜੇ ਤੁਸੀਂ ਉੱਥੋਂ ਡਰਾਈਵਿੰਗ ਸਿੱਖੀ ਹੋਊਗੀ, ਤੁਹਾਨੂੰ ਡਰਾਈਵਿੰਗ ਆਉਂਦੀ ਹੋਊਗੀ ਤਾਂ ਇੱਥੇ ਆ ਕੇ ਤੁਹਾਨੂੰ ਤੁਹਾਡੀ ਮੁਸ਼ਕਿਲ ਆ ਜਿਹੜੀ ਉਹ ਘੱਟ ਜੂਗੀ ਕਿਉਂਕਿ ਇੱਥੇ ਆ ਕੇ ਤੁਸੀਂ ਬੇਸ਼ੱਕ ਇੱਥੇ ਆ ਕੇ ਪਹਿਲਾਂ ਰਿਟਨ ਟੈਸਟ ਦਿੰਦੇ ਹੋ, ਫਿਰ G1 G2 ਜਾਂ G ਲਾਇਸੈਂਸ ਲੈਂਦੇ ਹੋ। ਡਰਾਈਵਿੰਗ ਦੇ ਨਾਲ ਬਹੁਤ ਸਾਰੀਆਂ ਜੋਬਸ ਇੱਥੇ ਜੁੜੀਆਂ ਹੋਈਆਂ ਨੇ। ਜਿਵੇਂ ਜੇਕਰ ਤੁਹਾਨੂੰ ਡਰਾਈਵਿੰਗ ਆਉਂਦੀ ਆ ਤੁਸੀਂ ਪੰਜਾਬ ਤੋਂ ਆ ਕੇ ਇੱਥੇ ਆਪਣਾ ਲਾਇਸੈਂਸ ਅਪਲਾਈ ਕਰਦੇ ਹੋ, ਲਾਇਸੈਂਸ ਲੈ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਉਬਰ ਦਾ ਕੰਮ ਕਰ ਸਕਦੇ ਹੋ। ਉਬਰ ਦੇ ਕੰਮ ਦੇ ਵਿੱਚ ਤੁਸੀਂ ਇਨਕਮ ਜਨਰੇਟ ਕਰ ਸਕਦੇ ਹੋ, ਉਬਰ ਚਲਾ ਸਕਦੇ ਹੋ ਜਾਂ ਫਿਰ ਤੁਸੀਂ ਡਿਲੀਵਰੀ ਦਾ ਕੰਮ ਵੀ ਕਰ ਸਕਦੇ ਹੋ। ਜੇ ਤੁਹਾਨੂੰ ਡਰਾਈਵਿੰਗ ਆਉਂਦੀ ਆ ਤੁਸੀਂ ਉਬਰ ਦਾ ਕੰਮ ਸ਼ੁਰੂ ਕਰ ਸਕਦੇ ਹੋ, ਤੁਸੀਂ ਡਿਲੀਵਰੀ ਦਾ ਕੰਮ ਕਰ ਸਕਦੇ ਹੋ, ਮੂਵਿੰਗ ਦਾ ਕੰਮ ਕਰ ਸਕਦੇ ਹੋ। ਉਸ ਤੋਂ ਬਾਅਦ ਉਹਦੇ ਨਾਲ ਹੀ ਸੇਮ ਟਰੱਕਿੰਗ ਟਰਾਂਸਪੋਰਟੇਸ਼ਨ ਦਾ ਕੰਮ ਵੀ ਨਾਲ ਜੁੜਿਆ ਹੋਇਆ। ਜਿਹੜੇ ਸਾਡੇ ਬਹੁਤੇ ਕਿਉਂਕਿ ਸਾਡੇ ਪੰਜਾਬ ਤੋਂ ਜਿਹੜੇ ਵੀ ਭਰਾ ਆਉਂਦੇ ਨੇ ਉਹਨਾਂ ਦੀ ਸਕਿੱਲ ਡਰਾਈਵਿੰਗ ਦੇ ਬਹੁਤ ਵਧੀਆ ਹੁੰਦੀ ਆ। ਸੋ ਇੱਥੇ ਆ ਕੇ ਟਰੱਕਿੰਗ ਦਾ ਲਾਇਸੈਂਸ ਲੈਂਦੇ ਨੇ, ਉਸ ਤੋਂ ਬਾਅਦ ਉਹ ਇਹਦੇ 'ਚ ਚੰਗਾ ਜਿਹੜੀ ਹੈਗੀ ਆ ਆਮਦਨੀ ਵੀ ਤੁਸੀਂ ਕਮਾ ਸਕਦੇ ਹੋ। ਸੋ ਭੈਣਾਂ ਨੂੰ ਗੁਜ਼ਾਰਿਸ਼ ਇਹ ਹੈ ਕਿਉਂਕਿ ਅਕਸਰ ਉਹ ਸੋਚਦੀਆਂ ਰਹਿੰਦੀਆਂ ਨੇ ਕਿ ਚਲੋ ਡਰਾਈਵਿੰਗ ਦੀ ਬਹੁਤੀ ਲੋੜ ਨਹੀਂ ਹੈਗੀ ਜਾਂ ਸਿਰਫ ਕਾਈਨੈਟਿਕ ਤੱਕ ਹੀ ਉਹ ਰਹਿੰਦੀਆਂ ਨੇ ਸੀਮਤ।
ਗੱਡੀ ਚਲਾਉਣੀ ਜ਼ਰੂਰ ਸਿੱਖ ਲਿਓ, ਕਿਉਂਕਿ ਉੱਥੇ ਤੁਹਾਡੇ ਕੋਲ ਟਾਈਮ ਵੀ ਜ਼ਿਆਦਾ ਹੁੰਦਾ, ਤੁਹਾਨੂੰ ਸਪੋਰਟ ਵੀ ਹੁੰਦੀ ਆ, ਅਤੇ ਤੁਸੀਂ ਜੇ ਉਹ ਸਕਿੱਲ ਉੱਥੇ ਸਿੱਖ ਕੇ ਆਉਂਦੇ ਹੋ ਤਾਂ ਇੱਥੇ ਆ ਕੇ ਤੁਸੀਂ ਰੂਲਸ ਜ਼ਰੂਰ ਇੱਥੋਂ ਦੇ ਸਿੱਖਣੇ ਹੁੰਦੇ ਆ, ਕਿਉਂਕਿ ਤੁਸੀਂ ਜਦੋਂ ਡਰਾਈਵਿੰਗ ਲਾਇਸੈਂਸ ਲੈਂਦੇ ਹੋ, ਤੁਹਾਨੂੰ ਜਿਹੜੇ ਵੀ ਕੰਟਰੀ 'ਚ ਤੁਸੀਂ ਜਾ ਰਹੇ ਹੋ ਉੱਥੇ ਤੁਹਾਨੂੰ ਉਹਨਾਂ ਰੂਲਸ ਰੈਗੂਲੇਸ਼ਨਸ ਦੇ ਹਿਸਾਬ ਨਾਲ ਹੀ ਤੁਹਾਨੂੰ ਲਾਇਸੈਂਸ ਮਿਲਦਾ ਗਾ। ਪਰ ਇਹ ਆ ਕਿ ਜੇ ਤੁਹਾਨੂੰ ਇੱਕ ਤਰ੍ਹਾਂ ਨਾਲ ਤੁਹਾਡੀ ਝਿਜਕ ਖੁੱਲ੍ਹੀ ਹੋਈ ਆ ਤਾਂ ਇੱਥੇ ਆ ਕੇ ਤੁਹਾਨੂੰ ਸੌਖਾ ਹੋ ਜਾਊਗਾ। ਔਰ ਡਰਾਈਵਿੰਗ ਦੇ ਨਾਲ ਹੀ ਤੁਸੀਂ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਜੌਬਸ ਆ ਜਿਹੜੀਆਂ ਡਰਾਈਵਿੰਗ ਨਾਲ ਜੁੜੀਆਂ ਹੋਈਆਂ ਨੇ, ਉਹ ਤੁਸੀਂ ਕਰ ਸਕਦੇ ਹੋ ਅਤੇ ਪਹਿਲੇ 1-2 ਸਾਲਾਂ ਦੇ ਵਿੱਚ ਆਪਣੀ ਇਨਕਮ ਜਨਰੇਟ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਸੈੱਟ ਹੋ ਜਾਂਦੇ ਹੋ, ਉਸ ਤੋਂ ਬਾਅਦ ਪੜ੍ਹ ਕੇ ਤੁਸੀਂ ਬਾਕੀ ਲਾਇਸੈਂਸ ਜਾਂ ਆਪਣੀ ਸਟੱਡੀ ਪੂਰੀ ਕਰਕੇ ਜਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਕੰਮ ਕਰ ਸਕਦੇ ਹੋ। ਉਸ ਤੋਂ ਅਗਲਾ ਕੰਮ ਜਿਹੜਾ ਹੈਗਾ, ਇਹਦੇ ਨਾਲ ਹੀ ਡਰਾਈਵਿੰਗ ਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਇੱਥੇ ਸਿਟੀ ਦੀਆਂ ਬੱਸਾਂ ਦੇ ਵਿੱਚ ਤੁਸੀਂ ਡਰਾਈਵਰ ਦੇਖੀਆਂ ਹੋਣਗੀਆਂ। ਸੋ ਬੱਸ ਚਲਾਉਣ ਦਾ ਕੰਮ ਇੱਥੇ ਬਹੁਤ ਵਧੀਆ, ਔਰ ਬਹੁਤੀਆਂ ਭੈਣਾਂ ਇਸ ਕੰਮ ਨੂੰ ਤਰਜੀਹ ਇਸ ਕਰਕੇ ਦਿੰਦੀਆਂ ਨੇ ਕਿਉਂਕਿ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਸਕੈਜੂਲ ਬਣਾ ਸਕਦੇ ਹੋ। ਤੁਹਾਨੂੰ ਰੂਟੀਨ ਪਤਾ ਹੁੰਦੀ ਹੈ ਕਿ ਕਿਹੜੇ ਵੇਲੇ ਤੁਸੀਂ ਸਿਟੀ ਦੇ ਵਿੱਚ ਆਪਣੀ ਜੌਬ 'ਤੇ ਜਾਣਾ, ਕਿਹੜੇ ਵੇਲੇ ਆਉਣਾ, ਔਰ ਬੱਚਿਆਂ ਦੇ ਨਾਲ ਇਸ ਜੌਬ ਨੂੰ ਮੈਨੇਜ ਕਰਨਾ ਵੀ ਉਹਨਾਂ ਲਈ ਸੌਖਾ ਹੁੰਦਾ। ਔਰ ਚੰਗੇ ਬੈਨੀਫਿਟਸ ਦੇ ਨਾਲ ਕੈਨੇਡਾ ਦੇ ਵਿੱਚ ਇਹਦੇ ਚੰਗੇ ਬੈਨੀਫਿਟ ਵੀ ਆ, ਚੰਗੀ ਆਮਦਨ ਵੀ ਆ। ਸੋ ਜੇ ਤੁਹਾਨੂੰ ਡਰਾਈਵਿੰਗ ਆਉਂਦੀ ਆ ਤਾਂ ਇਹਦੇ ਨਾਲ ਇੱਥੇ ਆ ਕੇ ਲਾਇਸੈਂਸ ਲੈਣ ਤੋਂ ਬਾਅਦ ਤੁਸੀਂ ਕਈ ਜੁੜੀਆਂ ਹੋਈਆਂ ਜੌਬਸ ਕਰ ਸਕਦੇ ਹੋ ਅਤੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਹੁਣ ਮੇਰੇ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਆ ਤਾਂ ਮੈਂ ਕੀ ਕਰਾਂ। ਸੋ ਇਹਦੇ ਨਾਲ ਹੀ ਜੁੜੀਆਂ ਹੋਈਆਂ ਕਈ ਜੌਬਸ ਨੇ, ਜਿਵੇਂ ਤੁਸੀਂ ਬੱਸ ਡਰਾਈਵਰ ਬਣ ਸਕਦੇ ਹੋ, ਉਬਰ ਚਲਾ ਸਕਦੇ ਹੋ, ਡਿਲੀਵਰੀ ਕਰ ਸਕਦੇ ਹੋ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਨਾਲ ਅੱਗੇ ਟਰੱਕਿੰਗ ਦਾ ਜਾਂ ਮੂਵਿੰਗ ਦਾ, ਇਹ ਸਾਰੇ ਕੰਮ ਡਰਾਈਵਿੰਗ ਨਾਲ ਜੁੜੇ ਹੋਏ ਆ। ਸੋ ਜੇ ਤੁਸੀਂ ਪੰਜਾਬ 'ਚ ਹੈਗੇ ਹੋ ਤਾਂ ਇਹ ਕੰਮ ਜ਼ਰੂਰ ਸਿੱਖ ਲਿਓ, ਸਪੈਸ਼ਲੀ ਸਾਡੀਆਂ ਭੈਣਾਂ। ਉਸ ਤੋਂ ਬਾਅਦ ਅਕਸਰ ਹੁੰਦਾ ਜਦੋਂ ਭੈਣਾਂ ਇੱਥੇ ਆ ਜਾਂਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਹੁਣ ਹੋਰ ਤਾਂ ਕੋਈ ਕੰਮ ਨਹੀਂ ਆ, ਅਸੀਂ ਬਾਹਰ ਜਾ ਕੇ ਕਿਵੇਂ ਕੰਮ ਕਰੀਏ। ਕਈ ਭੈਣਾਂ ਨੂੰ ਇਹ ਵੀ ਦਿੱਕਤ ਹੁੰਦੀ ਆ ਜਿਹੜੀਆਂ ਉੱਥੋਂ ਸਿੱਧਾ PR ਹੋ ਕੇ ਆਉਂਦੀਆਂ ਨੇ ਔਰ ਬੱਚੇ ਛੋਟੇ ਹੁੰਦੇ ਆ ਤਾਂ ਅਸੀਂ ਕੀ ਕਰੀਏ। ਤੁਸੀਂ ਪਾਰਲਰ ਦਾ ਕੰਮ ਸਿੱਖ ਕੇ ਆ ਸਕਦੇ ਹੋ। ਇਹ ਕੰਮ ਦੇ ਵਿੱਚ ਵੀ ਇੱਥੇ ਚੰਗੀ ਆਮਦਨੀ ਆ। ਇੱਥੇ ਆ ਕੇ ਬੇਸ਼ੱਕ ਤੁਹਾਨੂੰ ਉਹਦੇ 'ਚ ਲਾਇਸੈਂਸ ਲੈਣਾ ਪੈਂਦਾ, ਜਾਂ ਹੇਅਰ ਸੈਲੂਨ ਦਾ ਕੰਮ, ਵਾਲਾਂ ਦੀ ਕਟਿੰਗ, ਵਾਲਾਂ ਦੀ ਕਲਰਿੰਗ ਦੇ ਉੱਤੇ ਇੱਥੇ ਬਹੁਤ ਲੋਕ ਪੈਸਾ ਸਪੈਂਡ ਕਰਦੇ ਆ। ਸੋ ਜੇ ਤੁਸੀਂ ਇਹ ਕੰਮ ਸਿੱਖ ਕੇ ਆਉਂਦੇ ਹੋ, ਇੱਥੇ ਆ ਕੇ ਤੁਸੀਂ ਉਹਨੂੰ ਥੋੜ੍ਹੇ ਟਾਈਮ ਦੇ ਵਿੱਚ ਲਾਇਸੈਂਸ ਲੈ ਕੇ ਸ਼ੁਰੂ ਕਰ ਸਕਦੇ ਹੋ ਅਤੇ ਤੁਹਾਨੂੰ ਚੰਗੀ ਆਮਦਨ ਹੋ ਸਕਦੀ ਹੈ, ਜਿਹਦੇ ਨਾਲ ਕਈ ਹੋਰ ਵੀ ਪਾਰਲਰ ਦੇ ਕੰਮ ਦੇ ਵਿੱਚ ਕੰਮ ਜੁੜੇ ਹੋਏ ਆ। ਜਿਵੇਂ ਤੁਹਾਨੂੰ ਜੇਕਰ ਨੇਲ ਆਰਟ ਦਾ ਕੰਮ ਆਉਂਦਾ, ਹੇਅਰ ਕਟਿੰਗ ਦਾ ਕੰਮ ਆਉਂਦਾ, ਹੇਅਰ ਕਲਰਿੰਗ ਦਾ ਕੰਮ ਆਉਂਦਾ, ਜਾਂ ਪਾਰਲਰ ਦੇ ਬਾਕੀ ਕੰਮ ਆਉਂਦੇ ਆ, ਤਾਂ ਇਹਨਾਂ ਦੇ ਨਾਲ ਵੀ ਤੁਸੀਂ ਆਪਣੀ ਇਨਕਮ ਜਨਰੇਟ ਕਰ ਸਕਦੇ ਹੋ। ਬਹੁਤਾ ਖਰਚਾ ਵੀ ਨਹੀਂ ਆ। ਤੁਸੀਂ ਆ ਕੇ ਇੱਥੇ ਲਾਇਸੈਂਸ ਲੈ ਕੇ ਘਰ ਤੋਂ ਹੀ ਕੰਮ ਸ਼ੁਰੂ ਕਰ ਸਕਦੇ ਹੋ, ਔਰ ਲਾਇਸੈਂਸ ਪਰ ਤੁਹਾਨੂੰ ਜ਼ਰੂਰ ਲੈਣਾ ਪੈਂਦਾ। ਸੋ ਇਹਦੇ ਨਾਲ ਇਹ ਆ ਕਿ ਤੁਹਾਡੀ ਇੱਕ ਤਰ੍ਹਾਂ ਨਾਲ ਦੀ ਨਾਲ ਇੱਕ ਇਨਕਮ ਜਨਰੇਟ ਹੁੰਦੀ ਹੈ। ਜਾਂ ਜੇਕਰ ਤੁਸੀਂ ਬਾਹਰ ਫੁੱਲ ਟਾਈਮ ਜੋਬ ਵੀ ਕਰਦੇ ਹੋ ਤਾਂ ਨਾਲ ਤੁਸੀਂ ਜੇ ਪਾਰਟ ਟਾਈਮ ਇਹਨੂੰ ਸ਼ੁਰੂ ਕਰ ਲੈਂਦੇ ਹੋ, ਉਹਦੇ 'ਚ ਆਪਣੀ ਸਕਿੱਲ ਡਿਵੈਲਪ ਕਰ ਲੈਂਦੇ ਹੋ, ਤਾਂ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੋਊਗੀ। ਤੁਸੀਂ ਕਈ ਤਰ੍ਹਾਂ ਦੇ ਇਹਦੇ ਨਾਲ ਜਿਹੜੇ ਹੈਗੇ ਜੁੜੇ ਹੋਏ ਕੰਮ ਕਰਕੇ ਆਪਣੀ ਆਮਦਨੀ ਜਨਰੇਟ ਕਰ ਸਕਦੇ ਹੋ। ਜਿਵੇਂ ਹੇਅਰ ਕਲਰਿੰਗ ਦੇ ਕੰਮ ਦੇ ਵਿੱਚ ਤਾਂ ਇੱਥੇ ਬਹੁਤ ਚੰਗੀ ਆਮਦਨ ਆ। ਸੋ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਆ। ਅਕਸਰ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਇਹੀ ਸੋਚਦੇ ਹੁੰਦੇ ਹਾਂ ਵੀ ਅਸੀਂ ਹਾਈਲੀ ਕੁਆਲੀਫਾਈਡ ਡਬਲ ਮਾਸਟਰਸ ਜਾਂ PhD ਕਰਕੇ ਅਸੀਂ ਗਵਰਨਮੈਂਟ ਜੋਬ ਲੈਣੀ ਆ। ਪਰ ਇਹਨਾਂ ਮੁਲਕਾਂ 'ਚ ਜਦੋਂ ਤੁਸੀਂ ਆਉਂਦੇ ਹੋ, ਤੁਹਾਨੂੰ ਪਹਿਲੇ ਸਾਲਾਂ ਦੇ ਵਿੱਚ ਆਪਣੀ ਸਕਿੱਲ ਦੇ ਬੇਸਡ ਕੰਮ ਕਰਨ ਦੀ ਜ਼ਰੂਰਤ ਪਊਗੀ, ਕਿਉਂਕਿ ਜੇ ਤੁਸੀਂ ਇਹ ਆਪਣੀ ਸਕਿੱਲ ਦੇ ਬੇਸਡ ਤੁਹਾਡੇ ਵਿੱਚ ਕੋਈ ਸਕਿੱਲ ਆ, ਤੁਸੀਂ ਇਹ ਕੰਮ ਕਰ ਲੈਂਦੇ ਹੋ, ਤਾਂ ਤੁਹਾਨੂੰ ਇਨਕਮ ਆ ਜਿਹੜੀ ਮਿਲ ਜੂਗੀ। ਕਿਉਂਕਿ ਆਉਣ ਸਾਰ ਤੁਹਾਨੂੰ ਇੱਥੇ ਜਿਹੜੀਆਂ ਜੋਬਸ ਨੇ ਜ਼ਿਆਦਾ ਪ੍ਰਾਈਵੇਟ ਜੋਬਸ ਨੇ, ਤੁਹਾਨੂੰ ਆ ਕੇ ਆਪਣਾ ਕੰਮ ਖੁਦ ਸ਼ੁਰੂ ਕਰਨਾ ਪੈਣਾ। ਔਰ ਕਈ ਜਗ੍ਹਾ ਦੇ ਵਿੱਚ ਹੁੰਦਾ, ਜਿਵੇਂ ਜੇ ਟੋਰਾਂਟੋ ਤੁਸੀਂ ਆਉਂਦੇ ਹੋ ਤਾਂ ਇੱਥੇ ਵੇਅਰ ਹਾਊਸਿਸ ਨੇ, ਵੇਅਰ ਹਾਊਸਿਸ ਦਾ ਕੰਮ ਚੰਗਾ ਗਾ। ਜਾਂ ਤੁਸੀਂ BC ਸਰੀ ਜਾਂਦੇ ਹੋ ਤਾਂ ਉੱਥੇ ਫਾਰਮਿੰਗ ਦਾ ਕੰਮ ਚੰਗਾ, ਬੇਰੀਜ਼ ਦਾ ਕੰਮ ਚੰਗਾ। ਪਰ ਉਹਦੇ ਨਾਲ ਜੇ ਤੁਸੀਂ ਇਹ ਸਕਿੱਲਸ ਡਿਵੈਲਪ ਕਰਕੇ ਆਓਗੇ ਤਾਂ ਤੁਹਾਨੂੰ ਆਮਦਨ ਵੀ ਹੋ ਸਕਦੀ ਆ। ਤੁਸੀਂ ਪਹਿਲੇ ਸਾਲਾਂ ਦੇ ਵਿੱਚ ਕਿਤੇ ਰੁਕੋਗੇ ਨਹੀਂ। ਔਰ ਇਹ ਪ੍ਰੋਗਰਾਮ ਕਰਨ ਦਾ ਮੇਰਾ ਮਕਸਦ ਵੀ ਇਹੀ ਆ, ਕਿਉਂਕਿ ਕਈ ਵਾਰੀ ਸਾਡੀਆਂ ਭੈਣਾਂ ਇੱਥੇ ਆ ਕੇ ਕਹਿ ਦਿੰਦੀਆਂ ਨੇ ਕਿ ਹੁਣ ਅਸੀਂ ਘਰੇ ਬੈਠੇ ਕੀ ਕਰੀਏ। ਸੋ ਇਹਦੇ ਨਾਲ ਹੀ ਇੱਕ ਜੁੜਿਆ ਹੋਇਆ ਕੰਮ ਕੁਕਿੰਗ ਦਾ। ਸੋ ਕੁਕਿੰਗ ਦੀ ਸਕਿੱਲ ਜਿਹੜੀ ਹੈਗੀ ਉਹ ਸਾਡੀਆਂ ਭੈਣਾਂ ਦੇ ਵਿੱਚ ਅਕਸਰ, ਅਸੀਂ ਪੰਜਾਬ ਦੇ ਵਿੱਚ ਭਾਰਤ ਤੋਂ ਜਿਹੜੇ ਅਸੀਂ ਆਉਂਦੇ ਹਾਂ, ਅਸੀਂ ਉੱਥੇ ਘਰ ਦਾ ਹੀ ਖਾਣਾ ਖਾਂਦੇ ਹਾਂ। ਕੁਕਿੰਗ ਦੀ ਸਕਿੱਲ ਹੁੰਦੀ ਆ, ਉਹਨੂੰ ਤੁਸੀਂ ਹੋਰ ਥੋੜ੍ਹਾ ਜਿਹਾ ਵਧੀਆ ਉਹਦੇ 'ਚ ਸਿੱਖ ਸਕਦੇ ਹੋ। ਕਿਉਂਕਿ ਇੱਥੇ ਆ ਕੇ ਜੇ ਤੁਸੀਂ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ, ਜਾਂ ਤੁਸੀਂ ਘਰ ਤੋਂ ਵੀ, ਬਹੁਤ ਸਾਰੀਆਂ ਭੈਣਾਂ ਮੈਂ ਦੇਖੀਆਂ ਹੈਗੀਆਂ ਜਿਹੜੀਆਂ ਘਰ ਤੋਂ ਇੱਕ ਛੋਟਾ ਜਿਹਾ ਸਟੈਪ ਲੈ ਕੇ ਨਾਲ ਆਪਣਾ ਕੁਕਿੰਗ ਦਾ ਕੰਮ ਸ਼ੁਰੂ ਕਰ ਦਿੰਦੀਆਂ ਨੇ। ਛੋਟੀ ਡਿਲੀਵਰੀਜ਼ ਕਰਨੀਆਂ, ਜਿਵੇਂ
ਛੋਟੇ ਲੈਵਲ ਤੋਂ ਤੁਸੀਂ ਟਿਫਨ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ। ਬੇਸ਼ੱਕ ਤੁਹਾਨੂੰ ਸਿਟੀ ਤੋਂ ਵੀ ਅਪਰੂਵਲ ਲੈਣਾ ਪੈਂਦਾ, ਪਰ ਜੇ ਤੁਹਾਡੇ ਕੋਲ ਉਹ ਸਕਿੱਲ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਆਪਣੀ ਆਮਦਨੀ ਜਨਰੇਟ ਕਰ ਸਕਦੇ ਹੋ। ਕਿਉਂਕਿ ਜੇ ਤੁਹਾਨੂੰ ਕੁਕਿੰਗ ਦਾ ਕੰਮ ਆਉਂਦਾ ਤਾਂ ਤੁਸੀਂ ਟਿਫਨ ਸਰਵਿਸ ਸ਼ੁਰੂ ਕਰਕੇ ਆਪਣੇ ਘਰ ਤੋਂ ਹੀ ਉਹ ਕੰਮ ਸ਼ੁਰੂ ਕਰਕੇ ਆਪਣੀ ਆਮਦਨੀ ਘਰ ਤੋਂ ਹੀ ਤੁਸੀਂ ਐਂਟਰਪ੍ਰੈਨਿਓਰ ਬਣ ਸਕਦੇ ਹੋ। ਇਹ ਸਕਿੱਲ ਦੇ ਨਾਲ ਤੁਸੀਂ ਐਟਲੀਸਟ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਸਕਿੱਲ ਡਿਵੈਲਪ ਕਰਦੇ ਹੋ ਤਾਂ ਤੁਸੀਂ ਭੁੱਖੇ ਨਹੀਂ ਰਹਿ ਸਕਦੇ, ਹੈ ਨਾ। ਮਤਲਬ ਭੁੱਖੇ ਨਹੀਂ ਰਹੋਗੇ ਤੁਸੀਂ, ਤੁਹਾਡੇ ਕੋਲ ਆਮਦਨ ਦਾ ਇੱਕ ਜ਼ਰੀਆ ਜ਼ਰੂਰ ਹੋਊਗਾ ਔਰ ਤੁਹਾਨੂੰ ਆਪਣੇ ਆਪ 'ਚ ਵੀ ਚੰਗਾ ਲੱਗੂਗਾ। ਨਾਲ ਹੀ ਨਾਲ ਇੱਕ ਸਟਿਚਿੰਗ ਦਾ, ਕਈ ਭੈਣਾਂ ਨੂੰ ਸਟਿਚਿੰਗ ਦਾ ਬੜਾ ਸ਼ੌਕ ਹੁੰਦਾ, ਉਹਨਾਂ ਨੂੰ ਸਟਿਚਿੰਗ ਦਾ ਕੰਮ ਆਉਂਦਾ। ਸੋ ਇੱਥੇ ਜਦੋਂ ਅਕਸਰ ਇੱਥੇ ਟਾਈਮ ਨਹੀਂ ਆ ਲੋਕਾਂ ਕੋਲ, ਜੇ ਤੁਹਾਨੂੰ ਸਟਿਚਿੰਗ ਦਾ ਕੰਮ ਆਉਂਦਾ ਤਾਂ ਤੁਸੀਂ ਜਿਵੇਂ ਸੂਟ ਸਟਿਚ ਕਰ ਸਕਦੇ ਹੋ ਜਾਂ ਛੋਟੇ ਮੋਟੇ ਕੰਮ ਸਟਿਚਿੰਗ ਦੇ ਵਿੱਚ ਆਉਂਦੇ ਆ ਤੁਹਾਨੂੰ, ਤਾਂ ਤੁਸੀਂ ਉਹਦੇ 'ਚ ਵੀ ਚੰਗੀ ਇਨਕਮ ਜਨਰੇਟ ਕਰ ਸਕਦੇ ਹੋ। ਔਰ ਉਹਨੂੰ ਤੁਸੀਂ ਪੰਜਾਬ 'ਚ ਜਦੋਂ ਤੁਹਾਡੇ ਕੋਲ ਵਿਹਲਾ ਟਾਈਮ ਆ ਜਾਂ ਤੁਹਾਡੇ ਛੁੱਟੀਆਂ ਦਾ ਟਾਈਮ ਚੱਲ ਰਿਹਾ, 10ਵੀਂ ਜਾਂ 12ਵੀਂ ਦੀਆਂ ਛੁੱਟੀਆਂ, ਤਾਂ ਉਹਨਾਂ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਿੱਖ ਲਓ। ਕਿਉਂਕਿ ਇੱਥੇ ਆ ਕੇ ਜੇ ਇੱਕ ਸੂਟ ਦੀ ਸਟਿਚਿੰਗ ਦੀ ਗੱਲ ਕਰਾਂਗੇ ਤਾਂ $40 ਤੋਂ $60 ਦੇ ਵਿੱਚ ਸੂਟ ਦੀ ਸਟਿਚਿੰਗ ਆ। ਸੋ ਕਈ ਵਾਰੀ ਹੁੰਦਾ ਕਿ ਇੱਥੇ ਇਸ ਕੰਮ ਦੇ ਵਿੱਚ ਵੀ ਤੁਸੀਂ ਆਪਣੀ ਪਾਰਟ ਟਾਈਮ ਇਨਕਮ ਜਿਹੜੀ ਹੈਗੀ ਹੈ ਜਨਰੇਟ ਕਰ ਸਕਦੇ ਹੋ ਹੌਲੀ ਹੌਲੀ। ਕਿਉਂਕਿ ਜਿਨ੍ਹਾਂ ਨੇ ਵੀ ਹੁਣ ਤੱਕ ਇਹ ਕੰਮ ਸ਼ੁਰੂ ਕੀਤੇ ਨੇ ਉਹ ਵੀ ਸਾਡੇ ਵਰਗੇ ਇਨਸਾਨ ਆ, ਜਿਨ੍ਹਾਂ ਨੇ ਇੱਥੇ ਇਹ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰਕੇ ਆਪਣੇ ਵੱਡੇ ਸਟੋਰਸ ਬਣਾਏ ਨੇ। ਸੋ ਅਸੀਂ ਆਪਣੇ ਆਪ 'ਤੇ ਡਾਊਟ ਨਾ ਕਰੀਏ ਕਿ ਇਹਨਾਂ ਨੇ ਤਾਂ ਕੰਮ ਸ਼ੁਰੂ ਕਰ ਲਿਆ, ਪਤਾ ਨਹੀਂ ਮੇਰੇ ਤੋਂ ਹੋਊਗਾ ਜਾਂ ਨਹੀਂ। ਸੋ ਤੁਹਾਨੂੰ ਕਿਤੋਂ ਤਾਂ ਸ਼ੁਰੂਆਤ ਕਰਨੀ ਪਏਗੀ। ਸੋ ਜੇ ਤੁਹਾਡੇ ਕੋਲ ਇਹੋ ਜਿਹੀਆਂ ਸਕਿੱਲਸ ਹੈਗੀਆਂ ਨੇ, ਛੋਟੀਆਂ ਸਕਿੱਲਸ ਹੈਗੀਆਂ ਨੇ, ਤਾਂ ਤੁਸੀਂ ਆਪਣੀ ਆਮਦਨੀ ਆ ਜਿਹੜੀ ਉਹ ਜਨਰੇਟ ਕਰ ਸਕਦੇ ਹੋ। ਬਹੁਤ ਸਾਰੇ ਭੈਣਾਂ ਇੱਥੇ ਮੈਂ ਦੇਖੀਆਂ ਹੈਗੀਆਂ ਜਿਹੜੀਆਂ ਸਟਿਚਿੰਗ ਦੇ ਨਾਲ ਹੀ ਕੱਪੜਿਆਂ ਨੂੰ ਡਰਾਈ ਕਲੀਨ ਦਾ ਕੰਮ ਵੀ ਨਾਲ ਸ਼ੁਰੂ ਕਰ ਲੈਂਦੀਆਂ ਨੇ। ਸੋ ਇੱਕ ਸਕਿੱਲ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਹੀ ਦੂਜੀ ਸਕਿੱਲ ਨੂੰ ਐਡ ਕਰਕੇ ਤੁਸੀਂ ਆਪਣਾ ਹੌਲੀ ਆਪਣਾ ਬਿਜ਼ਨਸ ਵੀ ਕਰ ਸਕਦੇ ਹੋ। ਸੋ ਇਹੋ ਜਿਹੀਆਂ ਛੋਟੀਆਂ ਸਕਿੱਲਸ, ਕਿਉਂਕਿ ਅਕਸਰ ਅਸੀਂ ਪੰਜਾਬ ਦੇ ਵਿੱਚ ਇਹਨਾਂ ਕੰਮਾਂ ਨੂੰ ਸਾਨੂੰ ਲੱਗਦਾ ਕਿ ਇਹ ਕੰਮ ਅਸੀਂ ਜੇ ਕਰਾਂਗੇ ਤਾਂ ਇਹ ਕੰਮ ਨਹੀਂ, ਅਸੀਂ ਸਿਰਫ ਪੜ੍ਹ ਕੇ ਅਸੀਂ ਗਵਰਨਮੈਂਟ ਜੋਬ ਜਾਂ ਵੱਡੀਆਂ ਪੋਸਟਾਂ 'ਤੇ ਜਾਣਾ। ਸੋ ਵੱਡੀਆਂ ਪੋਸਟਾਂ 'ਤੇ ਜਾਣ ਦਾ ਸੁਪਨਾ ਵੀ ਰੱਖੋ, ਪਰ ਬੇਸਿਕ ਜੇ ਤੁਸੀਂ ਆਪਣੀ ਸਕਿੱਲ ਕੋਈ ਨਾਲ ਡਿਵੈਲਪ ਕਰਕੇ ਆਓਗੇ ਤਾਂ ਤੁਹਾਨੂੰ ਪੜ੍ਹਨ ਦਾ ਖਰਚਾ ਕੱਢਣ ਦੇ ਵਿੱਚ ਵੀ ਸਹੂਲਤ ਹੋਊਗੀ। ਨਾਲ ਤੁਸੀਂ ਆਪਣੀ ਆਪ ਦੀ ਮਦਦ ਵੀ ਕਰ ਸਕਦੇ ਹੋ ਔਰ ਨਾਲ ਇੱਕ ਤਰ੍ਹਾਂ ਨਾਲ ਹੌਬੀ ਵਾਂਗੂ ਵੀ ਕਰ ਸਕਦੇ ਹੋ, ਹੈ ਨਾ। ਫੁੱਲ ਟਾਈਮ ਜੋਬ ਵੀ ਕਰ ਸਕਦੇ ਹੋ। ਇਹੋ ਜਿਹੀ ਸਕਿੱਲ ਦੇ ਨਾਲ ਤੁਸੀਂ ਕਦੇ ਵੀ, ਜੇ ਤੁਹਾਡੇ ਵਿੱਚ ਸਕਿੱਲ ਹੋਊਗੀ, ਤੁਸੀਂ ਕਦੇ ਵੀ ਤੁਹਾਡੀ ਸਕਿੱਲ ਤੁਹਾਨੂੰ ਕਦੇ ਭੁੱਖਾ ਨਹੀਂ ਮਰਨ ਦੇਊਗੀ। ਸੋ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਹਿਲੇ 1-2 ਸਾਲ ਜਾਂ ਪਹਿਲੇ 5 ਸਾਲ ਤੁਹਾਨੂੰ ਇਹੋ ਜਿਹੀ ਜੇ ਸਕਿੱਲ ਤੁਹਾਡੇ 'ਚ ਹੈਗੀ ਆ ਤਾਂ ਤੁਸੀਂ ਆਪਣੀ ਆਮਦਨੀ ਆ ਜਿਹੜੀ ਉਹ ਆਪਣਾ ਖਰਚਾ ਜਿਹੜਾ ਹੈਗਾ ਉਹ ਕੱਢ ਸਕਦੇ ਹੋ। ਇਸ ਤੋਂ ਇਲਾਵਾ ਕਈ ਭੈਣਾਂ ਨੇ ਉੱਥੇ ਬੈਚਲਰਸ ਦੀ ਡਿਗਰੀ ਕਰਕੇ ਆਈਆਂ ਹੁੰਦੀਆਂ ਨੇ। ਸੋ ਇੱਥੇ ਆ ਕੇ ਜੇ ਤੁਸੀਂ ਬੈਚਲਰ ਜਾਂ ਮਾਸਟਰ ਦੀ ਡਿਗਰੀ ਕਰਕੇ ਆਏ ਹੋ, ਸਕੂਲ ਦਾ ਤੁਹਾਨੂੰ ਕੋਈ ਐਕਸਪੀਰੀਅੰਸ ਆ ਜਾਂ B.Ed M.Ed ਕੀਤੀ ਆ, ਤਾਂ ਉਹ ਇੱਥੇ ਬੱਚਿਆਂ ਦੇ ਲਈ ਐਜ਼ ਅ ਡੇ ਕੇਅਰ ਜਾਂ ਬੱਚਿਆਂ ਦੇ ਲਈ ਟਿਊਟਰਿੰਗ ਦਾ ਕੰਮ ਵੀ ਕਰ ਸਕਦੇ ਆ। ਇੱਥੇ ਆ ਕੇ ਤੁਹਾਨੂੰ ਲਾਇਸੈਂਸ ਜ਼ਰੂਰ ਲੈਣਾ ਪੈਂਦਾ ਇੱਥੋਂ ਦੇ ਹਿਸਾਬ ਨਾਲ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਡਰਾਈਵਿੰਗ ਦੇ ਵਿੱਚ ਵੀ ਜੇ ਤੁਸੀਂ ਉੱਥੋਂ ਸਿੱਖ ਕੇ ਆਏ ਹੋ ਤਾਂ ਇੱਥੋਂ ਦੇ ਰੂਲਸ ਦੇ ਹਿਸਾਬ ਨਾਲ ਤੁਸੀਂ ਲਾਇਸੈਂਸ ਲਓਗੇ। ਉਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜੌਬਸ ਨੇ। ਉਸੇ ਤਰ੍ਹਾਂ ਜੇ ਤੁਸੀਂ ਉੱਥੋਂ ਬੈਚਲਰ ਜਾਂ ਮਾਸਟਰ ਦੀ ਡਿਗਰੀ ਕਰਕੇ B.Ed M.Ed ਕਰਕੇ ਤੁਹਾਡਾ ਟੀਚਿੰਗ ਦੇ ਵਿੱਚ ਕੋਈ ਐਕਸਪੀਰੀਅੰਸ ਹੈਗਾ ਤਾਂ ਉਹਨੂੰ ਵੀ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ। ਡੇ ਕੇਅਰ ਦੇ ਵਿੱਚ ਵੀ ਇੱਥੇ ਕਈ ਭੈਣਾਂ ਲਾਇਸੈਂਸ ਲੈਣ ਤੋਂ ਬਾਅਦ ਚੰਗੀ ਆਮਦਨੀ ਜਨਰੇਟ ਕਰ ਰਹੀਆਂ ਨੇ, ਆਪਣੇ ਵਧੀਆ ਖਰਚੇ ਕੱਢਦੀਆਂ ਨੇ। ਨਾਲ ਹੀ ਨਾਲ ਉਹ ਟਿਊਟਰਿੰਗ ਦਾ, ਉਹਨਾਂ ਨੇ ਬਹੁਤ ਸਾਰੀਆਂ ਭੈਣਾਂ ਮੈਂ ਦੇਖੀਆਂ ਹੈਗੀਆਂ ਜਿਨ੍ਹਾਂ ਨੇ ਆਪਣੇ ਛੋਟੇ ਪੈਂਫਲੇਟ ਛਪਵਾ ਕੇ ਲਿਖਿਆ ਹੁੰਦਾ ਕਿ ਇੰਨੇ ਤੋਂ ਇੰਨੀ ਕਲਾਸ ਤੋਂ ਆਹ ਵਾਲੀ ਕਲਾਸ ਤੋਂ ਆਹ ਵਾਲੀ ਕਲਾਸ ਤੱਕ ਦੇ ਬੱਚਿਆਂ ਨੂੰ ਟਿਊਟਰਿੰਗ ਜਿਹੜੀ ਹੈਗੀ ਆ ਦੇ ਸਕਦੇ ਆ। ਸੋ ਜੇ ਤੁਸੀਂ ਬਹੁਤ ਸਾਰੇ ਵੱਡੇ ਇੰਸਟੀਚਿਊਟ ਨੇ ਖੁੱਲ੍ਹੇ ਹੋਏ ਆ ਬੱਚਿਆਂ ਲਈ ਬੇਸ਼ੱਕ, ਪਰ ਜੇ ਤੁਹਾਡੇ 'ਚ ਸਕਿੱਲ ਹੈਗੀ ਆ, ਤੁਸੀਂ ਬੱਚਿਆਂ ਨੂੰ ਜਿਵੇਂ ਆਪਾਂ ਪੰਜਾਬ 'ਚ ਟਿਊਸ਼ਨ ਪੜ੍ਹਾਉਂਦੇ ਸੀ, ਬੇਸ਼ੱਕ ਤੁਸੀਂ ਛੋਟੇ ਲੈਵਲ ਤੋਂ ਘੱਟ ਪੈਸੇ ਦੇ ਵਿੱਚ ਉਹ ਕੰਮ ਸ਼ੁਰੂ ਕਰ ਦਿਓ, ਪਰ ਤੁਸੀਂ ਐਟਲੀਸਟ ਆਪਣਾ ਖਰਚਾ ਵੀ ਕੱਢੋਗੇ, ਆਪਣੀ ਆਮਦਨ ਵੀ ਜਨਰੇਟ ਕਰੋਗੇ। ਸੋ ਜਿਹੜੀਆਂ ਵੀ ਭੈਣਾਂ ਉੱਥੋਂ ਹਾਈਲੀ ਸਕਿਲਡ ਆਉਂਦੀਆਂ ਨੇ, ਕਈ ਵਾਰੀ ਉਹ ਇੱਥੇ ਆ ਕੇ ਇਸੇ ਚੀਜ਼ ਦੇ ਵਿੱਚ ਮਹਿਸੂਸ ਕਰਦੀਆਂ ਨੇ ਕਿ ਮੈਂ ਹੁਣ ਕੀ ਕਰਾਂ, ਮੈਂ ਇੰਨਾ ਪੜ੍ਹ ਕੇ ਆਈ ਹਾਂ, ਮੈਂ ਉੱਥੇ ਡਬਲ ਮਾਸਟਰਸ ਕੀਤੀ ਆ, ਮੈਂ PhD ਕੀਤੀ ਆ, ਹੁਣ ਇੱਥੇ ਆ ਕੇ ਮੈਂ ਕੀ ਕਰਾਂ। ਕਿਉਂਕਿ ਇੱਕਦਮ ਜਦੋਂ ਤੁਸੀਂ ਉੱਥੋਂ ਦੀ ਪੜ੍ਹਾਈ ਕਰਕੇ ਆਓਗੇ ਤਾਂ ਇੱਥੇ ਤਾਂ ਉਹ ਪੜ੍ਹਾਈ ਜਦੋਂ ਤੱਕ ਤੁਸੀਂ ਰੀਵੈਲਿਊਏਟ ਨਹੀਂ ਕਰਾਉਂਦੇ ਜਾਂ ਤੁਸੀਂ ਆਪਣੀ ਸਟੱਡੀ ਕੰਟੀਨਿਊ ਨਹੀਂ ਕਰਦੇ, ਉਦੋਂ ਤੱਕ ਉਹ ਸਟੱਡੀ ਤੁਹਾਡੀ ਜ਼ੀਰੋ ਤੋਂ ਹੀ ਸ਼ੁਰੂ ਹੋ ਰਹੀ ਆ। ਸੋ ਉਸ ਟਾਈਮ ਦੇ ਦਰਮਿਆਨ ਤੁਸੀਂ ਜੇ ਇਹੋ ਜਿਹੀਆਂ ਕੋਈ ਛੋਟੀਆਂ ਸਕਿੱਲਸ ਨਾਲ ਐਡ ਕਰਕੇ ਰੱਖੋਗੇ ਤਾਂ ਤੁਹਾਡੇ ਬਹੁਤ ਸਾਰੇ ਖਰਚੇ ਵੀ ਨਿਕਲ ਸਕਣਗੇ ਤੇ ਤੁਸੀਂ ਉਹਨਾਂ ਨੂੰ ਆਪਣਾ ਐਜ਼ ਅ ਐਂਟਰਪ੍ਰੈਨਿਓਰ ਕੰਮ ਵੀ ਸ਼ੁਰੂ ਕਰ ਸਕਦੇ ਹੋ ਤੇ ਆਪਣੀ ਆਮਦਨ ਵੀ ਜਨਰੇਟ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ
ਕਈ ਕੰਮ ਨੇ ਜਿਹੜੇ ਸਾਡੇ ਭਰਾ ਵੀ ਕਰ ਸਕਦੇ ਨੇ, ਕਿਉਂਕਿ ਅਕਸਰ ਜਿਵੇਂ ਉੱਥੋਂ ਕਈਆਂ ਨੂੰ ਮਿਸਤਰੀ ਦਾ ਕੰਮ, ਕਾਰਪੈਂਟਰ ਦਾ ਕੰਮ ਬਹੁਤ ਚੰਗਾ ਆਉਂਦਾ ਹੁੰਦਾ। ਇੱਥੇ ਜੇ ਤੁਸੀਂ ਦੇਖੋਗੇ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਖਰੀਦ ਕੇ ਲੈ ਕੇ ਆਉਂਦੇ ਹੋ, ਤੁਸੀਂ ਉਹਨੂੰ ਆਪ ਫਿਕਸ ਕਰਦੇ ਹੋ, ਚਾਹੇ ਉਹ ਕੁਰਸੀ ਆ ਕੋਈ, ਚਾਹੇ ਟੇਬਲ ਆ ਕੋਈ ਵੀ ਚੀਜ਼। ਜੇ ਤੁਸੀਂ ਉਹ ਫਿਕਸ ਕਰਾਉਣ ਦੇ ਲਈ ਕਿਸੇ ਹੋਰ ਨੂੰ ਹਾਇਰ ਨਹੀਂ ਕਰੋਗੇ, ਕਿਉਂਕਿ ਉਹਦੇ 'ਚ ਤੁਹਾਨੂੰ ਡਾਲਰਾਂ 'ਚ ਖਰਚਾ ਕਰਨਾ ਪਏਗਾ। ਸੋ ਇਹੋ ਜਿਹੀਆਂ ਸਕਿੱਲ, ਜੇ ਤੁਹਾਨੂੰ ਕਾਰਪੈਂਟਰ ਦਾ ਕੰਮ ਚੰਗਾ ਆਉਂਦਾ ਤਾਂ ਉਹਦੇ 'ਚ ਵੀ ਤੁਸੀਂ ਇਨਕਮ ਜਨਰੇਟ ਕਰ ਸਕਦੇ ਹੋ। ਨਾਲ ਨਾਲ ਕੁਛ ਕੁ ਸੀਜ਼ਨਲ ਕੰਮ ਵੀ ਹੈਗੇ ਆ ਜਿਹੜੇ ਤੁਸੀਂ ਜੇ ਕਰਦੇ ਹੋ ਤਾਂ ਤੁਸੀਂ ਆਪਣਾ ਸੀਜ਼ਨਲ ਖਰਚਾ ਥੋੜ੍ਹਾ ਬਹੁਤ ਕੱਢ ਸਕਦੇ ਹੋ। ਜਿਵੇਂ ਇੱਥੇ ਸਨੋ ਰਿਮੂਵਲ ਦਾ ਕੰਮ, ਜਿੰਨਾ ਜਗ੍ਹਾ ਦੇ ਉੱਤੇ ਸਨੋ ਪੈਂਦੀ ਆ, ਸੋ ਕਈ ਮੈਂ ਦੇਖਿਆ ਹੈਗਾ ਜਿਹੜੇ ਨਵੇਂ ਆਏ ਹੋਏ ਇੱਥੇ ਇੱਕ ਮਸ਼ੀਨ ਲੈ ਲੈਂਦੇ ਨੇ ਔਰ ਸਨੋ ਰਿਮੂਵਲ ਦਾ ਕੰਮ ਸ਼ੁਰੂ ਕਰ ਦਿੰਦੇ ਨੇ। ਉਹਦੇ 'ਚ ਵੀ ਕਈ ਬਜ਼ੁਰਗ ਨੇ ਜਿਹੜੇ ਆਪਣੇ ਘਰਾਂ ਦੇ ਬਾਹਰ ਸਨੋ ਨਹੀਂ ਹਟਾ ਸਕਦੇ, ਸੋ ਉਹਦੇ 'ਚ ਵੀ ਉਹ ਇੱਕ ਘਰ ਦਾ ਡਰਾਈਵੇ ਸਾਫ਼ ਕਰਨ ਦੇ ਉਸ ਹਿਸਾਬ ਨਾਲ ਮਨੀ ਚਾਰਜ ਕਰਦੇ ਆ। ਸੋ ਤੁਸੀਂ ਜੇ ਕੰਮ ਕਰਨਾ ਚਾਹੁੰਦੇ, ਕਿਉਂਕਿ ਇਹ ਮੁਲਕ ਜਿਹੜੇ ਹੈਗੇ ਹੱਥੀਂ ਕੰਮ ਕਰਨ ਵਾਲਿਆਂ ਨੂੰ ਤਰਜੀਹ ਦਿੰਦੇ ਨੇ, ਉਸ ਤੋਂ ਬਾਅਦ ਤੁਸੀਂ ਨਾਲ ਨਾਲ ਪੜ੍ਹਾਈ ਕਰਕੇ ਆਪਣੇ ਜਿੰਨੇ ਮਰਜ਼ੀ ਲਾਇਸੈਂਸ ਲਓ, ਆਪਣੀ ਸਟੱਡੀ ਨੂੰ ਅੱਗੇ ਕੰਟੀਨਿਊ ਕਰੋ ਤੇ ਖੂਬ ਤਰੱਕੀਆਂ ਕਰੋ। ਪਰ ਇਹ ਪਹਿਲੇ ਸਾਲਾਂ ਦੇ ਵਿੱਚ ਤੁਸੀਂ ਇਹਨਾਂ ਕੰਮਾਂ ਦੇ ਜ਼ਰੀਏ ਇੱਥੇ ਵਧੀਆ ਪੈਰ ਲਾ ਸਕਦੇ ਹੋ। ਸਨੋ ਰਿਮੂਵਲ ਦਾ ਕੰਮ ਬੇਸ਼ੱਕ ਸੀਜ਼ਨਲ ਆ, ਪਰ ਇਹ ਆ ਕਿ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਨੋ ਦੇ ਵਿੱਚ ਕਈ ਵਾਰੀ ਹੁੰਦਾ ਕਿ ਅਸੀਂ ਕਹਿੰਦੇ ਕਿ ਦਸੰਬਰ ਤੋਂ ਲੈ ਕੇ ਮਾਰਚ ਤੱਕ ਸਾਨੂੰ ਕਿਤੇ ਕੋਈ ਕੰਮ ਨਹੀਂ ਮਿਲਦਾ, ਕਿਉਂਕਿ ਕੰਮ ਸਲੋ ਹੋ ਜਾਂਦੇ ਨੇ। ਸੋ ਉਸ ਟਾਈਮ ਦੇ ਵਿੱਚ ਸਨੋ ਰਿਮੂਵਲ ਤੋਂ ਵੀ ਕਈ ਲੋਕ ਇੱਕ ਦੋ ਮਸ਼ੀਨਾਂ ਲੈ ਕੇ ਅੱਗੇ ਉਹਨਾਂ ਨੇ ਹਾਇਰ ਕੀਤੇ ਹੁੰਦੇ ਆ, ਸਨੋ ਰਿਮੂਵਲ ਦੇ ਵਿੱਚ ਚੰਗਾ ਪੈਸਾ ਕਮਾ ਰਹੇ ਨੇ। ਨਾਲ ਨਾਲ ਰੂਫਿੰਗ ਦਾ ਕੰਮ, ਬੇਸ਼ੱਕ ਰੂਫਿੰਗ ਦਾ ਕੰਮ ਵੀ ਇੱਥੇ ਸੀਜ਼ਨਲ ਕੰਮ ਆ, ਕਿਉਂਕਿ ਛੱਤਾਂ ਨੂੰ ਬਦਲਿਆ ਜਾਂਦਾ, ਜਾਂ ਅਕਸਰ ਤੁਸੀਂ ਸੁਣਿਆ ਹੋਊਗਾ ਕਿ ਅਸੀਂ ਬਾਹਰ ਉੱਥੇ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ, ਰੂਫਿੰਗ ਦਾ ਕੰਮ ਕਰਦੇ ਹਾਂ, ਇਹਦੇ 'ਚ ਵੀ ਬਹੁਤ ਚੰਗੀ ਕਮਾਈ ਆ। ਸੋ ਜਿਹੜੇ ਸਾਡੇ ਭਰਾ ਉੱਥੋਂ ਇਹੋ ਜਿਹੇ ਕੰਸਟਰਕਸ਼ਨ ਦੇ ਕੰਮਾਂ ਦੇ ਵਿੱਚ ਸਕਿੱਲਡ, ਉਹਨਾਂ ਦੇ ਹੱਥਾਂ 'ਚ ਇਸ ਚੀਜ਼ ਦੀ ਵਧੀਆ ਚੰਗੀ ਸਕਿੱਲ ਆ, ਉਹ ਇੱਥੇ ਆ ਕੇ ਥੋੜ੍ਹਾ ਜਿਹਾ ਆਪਦੇ ਆਪ ਨੂੰ ਪੋਲਿਸ਼ ਕਰਨ ਅਤੇ ਉੱਥੋਂ ਸਿੱਖ ਕੇ ਆਉਣ। ਉਹ ਜਿਹੜਾ ਟਾਈਮ ਆ ਪੰਜਾਬ ਦੇ ਵਿੱਚ, ਇਹ ਤੁਸੀਂ ਆਪਣੇ ਮਨਾਂ 'ਚ ਧਾਰ ਲਓ ਕਿ ਉਹ ਟਾਈਮ ਨੂੰ ਤੁਸੀਂ ਮੋਟਰਸਾਈਕਲ 'ਤੇ ਕਿੱਕ ਮਾਰ ਕੇ ਫ੍ਰੀ ਟਾਈਮ ਵੇਸਟ ਨਹੀਂ ਕਰਨਾ। ਤੁਸੀਂ ਰਾਉਂਡੀ ਮਾਰਨ 'ਤੇ ਉਹ ਟਾਈਮ ਵੇਸਟ ਨਹੀਂ ਕਰਨਾ। ਉਦੋਂ ਤੁਸੀਂ ਆਪਣੇ ਆਪ 'ਚ ਇੱਕ ਸਕਿੱਲ ਡਿਵੈਲਪ ਕਰੋ, ਚਾਹੇ ਬਿਲਡਿੰਗ ਦੀ ਸਕਿੱਲ ਡਿਵੈਲਪ ਕਰੋ, ਚਾਹੇ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ, ਚਾਹੇ ਤੁਸੀਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹ ਰੂਫਿੰਗ ਦਾ ਕੋਈ ਇਹੋ ਜਿਹਾ ਸਕਿੱਲਡ ਕੰਮ ਤੁਸੀਂ ਉੱਥੇ, ਕਿਉਂਕਿ ਸਾਡੇ ਪੰਜਾਬੀ ਮੁੰਡਿਆਂ ਦੇ ਵਿੱਚ ਬਹੁਤ ਸਕਿੱਲ ਆ, ਉਹ ਉੱਥੇ ਚਾਹੇ ਬਿਲਡਿੰਗ ਦਾ ਕੰਮ ਕਰਦੇ ਨੇ, ਜਿਹੜੇ ਵੀ ਕੰਮ ਸਿੱਖਦੇ ਹੋ ਤੁਸੀਂ ਉਹਦੇ 'ਚ ਆਪਣੇ ਆਪ ਨੂੰ ਮਹਾਰਤ ਹਾਸਿਲ ਕਰ ਲਿਓ। ਕਿਉਂਕਿ ਇੱਥੇ ਹੁਣ ਗੱਡੀਆਂ ਨੇ, ਇੱਥੇ ਗੱਡੀਆਂ ਦੀ ਰਿਪੇਅਰ ਦਾ ਕੰਮ ਇੱਥੇ ਬਹੁਤ ਚੰਗਾ ਚੱਲਦਾ। ਸੋ ਜੇ ਤੁਸੀਂ ਉੱਥੇ ਰਿਪੇਅਰਿੰਗ ਦਾ ਕੰਮ ਕਰਦੇ ਹੋ, ਇੱਥੇ ਆ ਕੇ ਤੁਸੀਂ ਆਪਣੇ ਵਧੀਆ ਉਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ। ਸੋ ਉੱਥੇ ਰਾਹ ਸਿੱਖੋ ਔਰ ਇੱਥੇ ਆ ਕੇ ਤੁਸੀਂ ਉਸ ਚੀਜ਼ ਨੂੰ, ਉਹਦੇ ਤੋਂ ਆਮਦਨੀ ਕਮਾ ਸਕਦੇ ਹੋ। ਸੋ ਜੇ ਤੁਸੀਂ ਹੁਣ ਪੰਜਾਬ 'ਚ ਬੈਠੇ ਹੋ, ਵਿਹਲੇ ਨਹੀਂ ਤੁਸੀਂ ਬੈਠਣਾ, ਤੁਸੀਂ ਆਪਣਾ ਕਿਸੇ ਨਾ ਕਿਸੇ ਸਕਿੱਲ ਦੇ ਉੱਤੇ ਆਪਣੇ ਆਪ ਨੂੰ ਪੂਰਾ ਤਿਆਰ ਕਰ ਲਓ ਕਿ ਜੇ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹੋ, ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਕੰਮਾਂ ਦੀ ਬਹੁਤ ਜਿਹੜੀ ਹੈਗੀ ਡਿਮਾਂਡ ਆ। ਗੱਡੀਆਂ ਨੇ ਇੱਥੇ, ਗੱਡੀਆਂ ਦੀ ਰਿਪੇਅਰਿੰਗ ਦਾ ਕੰਮ ਦੇ ਵਿੱਚ ਬਹੁਤ ਚੰਗੇ ਪੈਸੇ ਕਮਾਏ ਜਾਂਦੇ ਨੇ। ਟਰੱਕ ਚੱਲ ਰਹੇ ਨੇ, ਟਰੱਕਾਂ ਦੀ ਰਿਪੇਅਰਿੰਗ ਦਾ ਕੰਮ, ਰੂਫਿੰਗ ਦਾ ਕੰਮ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਛੋਟੇ ਛੋਟੇ ਸਕਿੱਲ, ਚਾਹੇ ਉਹ ਫੋਟੋਗ੍ਰਾਫੀ ਦਾ ਹੋਵੇ, ਚਾਹੇ ਉਹ ਕਲੀਨਿੰਗ ਦਾ ਕੰਮ ਹੋਵੇ। ਸੋ ਕੰਮ ਇੱਥੇ ਕੋਈ ਛੋਟਾ ਜਾਂ ਵੱਡਾ ਨਹੀਂ ਆ, ਪਰ ਜੇ ਤੁਸੀਂ ਇਹੋ ਜਿਹੀਆਂ ਸਕਿੱਲਸ ਲੈ ਕੇ ਆਉਂਦੇ ਹੋ ਤਾਂ ਕੰਮ ਦੇ ਨਾਲ ਤੁਸੀਂ ਆਪਣੀ ਕਿਸਮਤ ਆਪ ਬਦਲ ਸਕਦੇ ਹੋ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਸ ਕਰਦੇ ਹਾਂ ਕਿ ਗੱਲਾਂ ਵਿੱਚੋਂ ਗੱਲ ਕੜੀ ਦੀ ਇਹ ਪੇਸ਼ਕਸ਼ ਤੁਸੀਂ ਜ਼ਰੂਰ ਪਸੰਦ ਕੀਤੀ ਹੋਏਗੀ। ਫਿਰ ਤੋਂ ਇੱਕ ਵੱਖਰਾ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਜੋਸ਼ ਜਜ਼ਬਾਰ ਮਨ ਫਤਿਹ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।